ਮੈਂ ਲਿਖਣਾ ਗੁਜ਼ਰ ਚੁੱਕੀ ਹਾਂ ਹਰ ਜ਼ੁਲਮ ਤੋਂ ਮੈਂ ਗੁਜ਼ਰ ਚੁੱਕੀ ਹਾਂ ਜਦੋਂ ਕੋਈ ਮਸਲਤ ਅੱਲਾ ਦੀ ਆ ਜਾਏ ਸੱਚ ਤੇ ਝੂਠ ਦੀ ਜਿਹੜਾ ਸੱਚਿਆ ਮੇਰੇ ਅੱਲਾ ਨੇ ਕਿਹਾ ਚੁੱਕੀ ਉਹਦੇ ਲਈ ਮੈਂ ਉਹਦਾ ਫਿਰ ਉਹਦੇ ਤੇ ਦੱਸ But Sahib. That's it. ਮੇਰੇ ਨੇ ਇਹ ਆਵਾਜ਼ ਚੁੱਕਣੀ ਹੈ ਯਾਰ मिल गई के पास ਅਦੇ ਉਧਰ ਕਿਹੜੇ ਵਾਲਾ ਹੈ सेंटर ची आवाज सही चुकी ਸੈਂਟਰ ਹੀ ਜਗ੍ਹਾ ਲੇਕਿਨ ਉੱਤੇ ਉੱਪਰ ਹੀ ਹੈ मैंने लाया ना वो ਲਾਇਆ ਦਾ ਉਹ ਕਹਿ ਰਿਹਾ ਹੱਥ ਚ ਫੜਾ ਦਿਓ ਪਹਿਲੇ ਕਿੰਨੇ ਲਾ ਕੇ ਸਾਰੇ ਉਹਨਾਂ ਦੇ ਕਿੰਨੇ ਭਈਆ ਗਿਆ रेडी हो भाई ओके वो जेड़ा बंदा आया किधर है बेटा नु सेंटर से ले आया इधर आ एनु यार एनु सेंटर से करो सुधर इस बंदे को उधरों नहीं रास्ता उधर पानी की बोतल दे इधर आनी अंदरों बोतल अच्छा अच्छा यार तू सकते हैं करना नहीं कि अगर फुटेज चल जाएंगी तो बेहतर है अदरवाइज कम से कम टिकट्स बना के भेज दियो हैं ਨਾਲ ਨਾਲ ਜਾਣਾ ਲਾਈਵ ਸਰ ਚੱਲ ਰਿਹਾ ਇਹ ਸਾਰੇ ਨਹੀਂ ਚਲਾਣੇ ਇਹਨਾਂ ਦੇ ਲਾਈਵ ਚੱਲ ਰਹੇ और मेरे यार ਨੂੰ ਨਹੀਂ ਲੈ ਕੇ ਆਏ उमर वालों से मैं स्पेशल क्या सुन ले आया करो यार हाँ आज छुट्टी दे शहजाद तू फखर है सियालकोट दा हाँ ये मेरा मतलब है हकीकत है बाकी ठीक है दोस्तां दी कोई मजबूरियां ने चैनल्स दी पॉलिसी होंदियां ने हर चैनल दी पॉलिसी है अदारियां दी फैक्ट्रियां च असीं अपनी रन करने साडी भी पॉलिसी है कोई रेडी हो बेटा सब रेडी नहीं वो जेड़ा बंदा आया यार खुदा दा वास्ते इधर सेंटर से आ मेरा भाई तेनू तेरे वास्ते सारा मजमा हो गया इधर आनु विच करो यार इस बंदे ने सेंटर से आ यार वो साइड से आओ साइड से आओ ऊपर से आओ यार अपना सेंटर में रखो आ जा यार पीछे वाला मजा क्या ਅਸੀਂ ਆਪਣੀ बेटा दीदी की नीयत नहीं लग रही ਪਰਸਨਲ ਨਾ ਹੋਇਆ ਕਰ ਪਰਸਨਲ ਨਾ ਹੋਇਆ ਕਰ ਪਰਸਨਲ ਨਾ ਹੋਇਆ ਗੱਲ ਕਰਦੇ ਮੈਂ ਉਹਨਾਂ ਨੂੰ ਕਹਿ ਰਿਹਾ ਰਸਤਾ ਵੀ ਪਰਸਨਲ ਨਾ ਹੋਇਆ असली एक फैमिली है गाड़ी इजी हो जाएगा इधर इधर घर में सेंटर जाते हैं सर ये हाइट हो गई आज ठीक है पूरा फ्रेम है हम हमारे कैमरे नीचे वैसे ये ਇੱਥੇ ਵੀ ਰੱਖ ਸਕਦੇ ਹੋ ਮੇਰਾ ਬੇਟਾ ਇਧਰ ਇੱਥੇ ਫਰੇਮ ਰੱਖਣ ਦੇ ਕੋਈ ਮਸਲਾ ਨਹੀਂ ਇਹਨਾਂ ਨੇ ਫਰੇਮ ਦੇ ਨਾਲ ਲਗਾ ਲੈ ਯਾਰ ਇਹਦਾ ਫਰੇਮ ਇੱਥੇ ਲਗਵਾ ਲੈ ਕਿਨੂੰ ਉਹ ਮੁੰਡੇ ਨੂੰ ਯਾਰ ਇਹਦੇ ਇੱਥੇ ਵੀ ਜਿਹੜੀ ਇਹ ਭਰਾ ਜਿਹਾ ਸੀ ਬਸ ਗੜਬੜ ਹੋ ਗਈ ਨਾ ਤੇ ਇਹਨੇ ਕਹਿਣਾ ਵੀ ਜੀ ਮੈਂ ਤੇ ਇਹ ਹੋ ਗਿਆ ਤੇ ਇਹਨੇ ਉੱਤੇ ਪਾ ਦੇਣਾ ਆ ਵੀ ਇੱਧਰ ਲਿਆ ਇਹਨੂੰ ਇਸ ਨੂੰ ਤੇ ਲੈ ਕੇ ਆ ਲਾਲ ਭਾਈ ਅਸੀਂ ਇੱਥੇ ਹੀ ਕਰਵਾ ਦਿੰਦੇ ਆ ਚਲੋ ਆ ਇੱਥੇ ਕਰਵਾ ਦੇ ਆਪ ਹੀ ਕਰਾ ਦਿੰਦੇ ਆ ਇਹਨੂੰ ਅੰਦਰ ਅੱਗੇ ਕਰ ਦੇਣੇ ਫਿਰ ਇੱਧਰ ਕਰਦੇ ਆ ਇਹ ਕਲੀਅਰ ਦੇ ਉੱਤੇ ਬਹੁਤ ਜ਼ਿਆਦਾ ਇੱਥੇ ਰੱਖ ਸਮਾਂ ਦੇ ਨਾਲ ਲਾਓ ਸਮਾਂ ਦੇ ਨਾਲ
ਟਾਈਮ ਸਿਰ ਆਉਂਦਾ ਨਾ ਉਹ ਲੇਟ ਕਿਉਂ ਹੋਇਆ ਉਹ ਚਲੋ ਕੰਮ ਆ ਤੇ ਗਿਆ ਨਹੀਂ ਦੇ ਨੂੰ ਉੱਥੇ ਦੇ ਦੇ ਉਸਮਾਨ ਸਾਹਿਬ ਦੇ ਪੇਜ ਤੇ ਵੀ ਉਹਨੇ ਕਰਨਾ ਨਾ ਲਾਈਵ ਤੇ ਠੀਕ ਹੈ ਨਾ ਉਹਨੂੰ ਅੱਛਾ ਫਰੇਮ ਤੇ ਮਿਲਣਾ ਚਾਹੀਦਾ ਨਾ ਗੱਲ ਚੰਗੇ ਤਰੀਕੇ ਨਾਲ ਫਿਰ ਹਿਲਾ ਰਹੇ ਆ ਇਸੇ ਇੱਥੇ ਆ ਜਾਓ ਇਸੇ ਅਪਡੇਟ ਕਰਦੇ ਬਾ ਕੋਈ ਗੱਲ ਨਹੀਂ बेहतरीन फ्रंट है सही है बेहतरीन स्ट्रेट फ्रेम है यार रास्ता इधर उधर और मैं आप तो जब मैं ओके करता हूँ शुरू करें गल नु बताओ पर ये ना ਇੱਥੇ ਖਲੋਣਾ ਸਾਹਮਣੇ ਆ ਗਿਆ ਭਾਈ ਉਸਮਾਨ ਭਾਈ ਚਾਰ ਬੰਦੇ ਤੇ ਸਮਾਨ ਭਾਈ ਇੱਧਰ ਸਾਰੇ ਅਸੀਂ ਤੇ ਬ੍ਰੇਕ ਹੋ ਗਏ ਦੀ ਵਜ੍ਹਾ ਨਾਲ ਰੋਕਰ ਚ ਕਰ ਲੋ ਉਹਨਾਂ ਨੂੰ ਅਸੀਂ ਤੇ ਨਹੀਂ ਬਣਾ ਸਕਦੇ ਨਹੀਂ ਸਾਹਿਬ ਆਪਣਾ ਕੈਮਰਾ ਕੱਢੋ ਬਾਹਰ ਕੈਮਰਾ ਕੱਢੋ यार आप कैमरा ऑन करके मैं बैठ जाओ अपना लगा नीचे ਤੁਹਾਨੂੰ ਦੱਸਣਾ रिकॉर्डिंग बस देखो होनी चाहिए इधर लाओ मैं लगा लूँ ਸਾਨੂੰ ਦੱਸਦੇ ਅਸੀਂ ਇਹਨੂੰ ਆਪ ਲੈਂਦੇ ਜਲਦੀ ਜਾ ਕੇ ਦੀ ਵਜ੍ਹਾ ਤੁਸੀਂ ਘੰਟਾ ਲੇਟ ਅਸੀਂ ਜਾਂ ਤੇ ਟਿਕਰ ਕੋਈ ਲਿਖ ਲਵੇ ਚਾਂਦ ਜਾਂ ਤੇ ਕੋਈ ਟਿਕਰ ਲਿਖ ਲਵੇ ਸਿੱਧੀ ਜੀ ਗੱਲ ਜਾਂ ਇਹਦਾ ਨਾਮ ਸਟਾਰ ਮੂਵੀ ਸੀ ਉਹ ਕੋਰਾ ਸਮਾਨ ਡਾਲ ਡੈਮ ਤੂੰ उनको इथों चुक लो ਕਿੱਥੋਂ सियालकोट स्पेशल ਹੈ ਇੱਥੋਂ इथों मियां साहब इधर आ जाओ ਗੱਲ ਸੁਣੋ ਉਹ ਜਿਹੜੀ ਸਭ ਨੂੰ ਇੱਥੇ ਭੇਜ ਦੋ ਉਹ ਨਹੀਂ ਯਾਰ ਰਹਿਣ ਵੀ ਐਵੇਂ ਕਿਸੇ ਤੂੰ ਇਧਰ ਆ ਜਾ बेटा तेरा नाम की है बेटा लो अरफान बच्चे चल जल्दी कर ना बहुत तो ना मैं बाहर भी ऐसी बात अरे शाम तू तो निकल जाओ भाई साहब आई लव यू ਚਲੇ ਬੈ ਜਾ ਸਾਡੀ ਨਹੀਂ ਲੜਾਈ ਲੜਨੀ ਹੈ ਮੈਂ ਤੁਹਾਡੇ ਤੇ ਵੀ ਉਂਗਲੀਆਂ ਉੱਠਣੀਆਂ ਨੇ ਇੱਕ ਕੱਟੀ ਚੇਂਜ ਹੋਇਆ ਸੀ ਮੈਂ ਹਰ ਉਹ ਚੈਨਲ ਦੀ ਲੜਾਈ ਲੜਾਂਗਾ ਜਿਹੜਾ ਸਹੀ ਰਿਜ਼ਲਟ ਪਿਆ ਦਿਖਾਉਂਦਾ ਹਾਂ ਨਿਊਜ਼ ਵਾਲੇ ਹਾਂ ਵਾਲੇ ਹਾਂ ਸਾਰੇ ਠੀਕ ਬਤਾਉਂਦੇ ਹੈ ਸਾਰੇ ਠੀਕ ਬਤਾਉਂਦੇ ਨਹੀਂ ਇੱਕ ਚੈਨਲ ਤੇ ਦੱਸਦਾ ਪਿਆ ਜੀ ਧਿਆਨ ਡਾਲ ਕੇ 40,000 ਨੇ ਕੋਈ ਸੀ ਹੋ ਗਿਆ ਭਾਈ ਤੇਰਾ ਹੋ ਗਿਆ ਭਾਈ ਰਿਕਾਰਡਿੰਗ ਲਗਾ ਜਰਾ ਮੋਬਾਈਲ ਆਪਣੇ ਸਾਈਡ ਤੇ ਲਾ ਲਓ ਅੱਛਾ ਯਾਰ ਮੈਂ ਤੁਹਾਨੂੰ ਥੋੜਾ ਦੱਸ ਦੇਣਾ ਵਾ ਤਰੀਕੇਕਾਰ ਕੀ ਹੋਏਗਾ ਪਹਿਲੇ ਇੰਨੀ ਗੱਲ ਕਰਾਂਗੇ ਫਿਰ ਆਪਣਾ ਵਾਜੂਵਾ ਗੱਲ ਕਰਾਂਗੇ ਫਿਰ ਮੈਂ ਗੱਲ ਕਰਾਂਗਾ ਔਰ ਮੇਰੀ ਕਮ ਸੇ ਕਮ ਜਿਹੜੀ ਗੁਫ਼ਤਗੂ ਹੈ ਉਹ 15-20 ਮਿੰਟ ਹੋਣੀ ਹੈ ਸੋ ਬੜਾ ਪੇਸ਼ੈਂਸ ਦੇ ਨਾਲ ਤੁਹਾਨੂੰ ਮੈਂ ਪਹਿਲੇ ਹੀ ਤਿਆਰ ਕਰ ਲਿਆ ਨਾ ਬੜੀਆਂ ਗੱਲਾਂ ਨੇ ਮੇਰਾ ਹਾਲ ਹੈ 8-10 ਮਹੀਨੇ ਬਾਅਦ ਕਰਨੀਆਂ ਤੇ ਤੁਸੀਂ ਐਸੇ ਐਸੇ ਮੈਂਟਰੀ ਦਾ ਪ੍ਰਪੇਅਰ ਰਹਿਣਾ ਠੀਕ ਹੈ ਬਈ ਸ਼ੁਰੂ ਕਰੀਏ ਜੀ ਰੈਡੀ ਜੀ ਜੀ ਚਲੋ ਮਿਰ ਸਾਹਿਬ ਆ ਸੁਟੋ ਮਨ ਕਲਿੱਪ ਸੁਟੋ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੀ ਸਾਰਿਆਂ ਬੇਟਿਆਂ ਦਾ ਭਾਈਆਂ ਦਾ ਤੁਸੀਂ ਆਏ ਹੋ ਤੇ ਮੈਂ ਕਹਿ ਦਿੰਦਾ ਮਸ਼ਕੂਰ ਹਾਂ ਮਗਰ ਇਹ ਮੇਰਾ ਸ਼ੁਕਰਾਨ ਹੈ ਤੇ ਮੇਰਾ ਰਿਜ਼ਲਟ ਮੈਂ ਇਹਦੇ ਤੇ ਹੱਥ ਰੱਖ ਕੇ ਅਲਫੀਆ ਕਹਿੰਦੀ ਹਾਂ ਕਿ ਮੈਂ ਜਿੱਤੀ ਦੀਆਂ ਔਰ ਮੇਰੀ ਜੀਤ ਨੂੰ ਖਾਜਾ ਆਸਫ ਨੇ ਅੱਗੇ ਵੀ ਬੜਾ ਕੁਝ ਕੀਤਾ ਸੀ ਕਿ ਮੈਂ ਇਲੈਕਸ਼ਨ ਨਾ ਲੜਾਂ ਮੇਰਾ ਹੱਥਿਆ ਕੁਰਾਨ ਹੈ ਤੇ ਮੈਂ ਜਿੱਤੀ ਦੀਆਂ ਤੇ ਮੈਂ ਆਪਣੀ ਜੀਤ ਨੂੰ ਸ਼ਿਕਸਤ 'ਚ ਤਸਲੀਮ ਨਹੀਂ ਕਰਨਾ ਇਹ ਕੁਰਾਨ ਫੈਸਲਾ ਦੇਗਾ ਇਹ ਦਲ ਸਾਰੇ ਜਿਹੜੇ ਮੇਰੇ ਅੱਲਾ ਅਦਲੀ ਹੈ ਇਸ ਕੁਰਾਨ ਨੂੰ ਇੱਕ ਬੇਵਾ ਮਾਂ ਨੇ ਹੱਥ ਰੱਖ ਕੇ ਜਿਹਦੇ ਤੋਂ ਸ਼ੁਰੂ ਹੋਈ ਸੀ ਜ਼ੁਲਮ ਦੇ ਖਿਲਾਫ ਸਭ ਨੂੰ ਪਤਾ ਹੈ ਕਿ ਮੇਰਾ ਸਿਆਸਤ ਦਾ ਰਸਤਾ ਨਹੀਂ ਮੈਂ ਹਰ ਕਿ ਮੇਰਾ ਸਿਆਸਤ ਦਾ ਰਾਹ ਹੈ ਤੇ ਵੋਟ ਇਮਰਾਨ ਖਾਨ ਔਰ ਉਸੇ ਇਮਰਾਨ ਖਾਨ ਦੇ ਵੋਟ ਨੇ ਔਰ ਲੋਕਾਂ ਨੇ ਆਪਣੀ ਮਾਂ ਦਾ ਸਾਥ ਦੇ ਕੇ ਮੈਨੂੰ ਜੀਤ ਦਿੱਤੀ ਔਰ ਇਸ ਮੇਰੇ ਕੁਰਾਨ ਦਾ ਵੀ ਅਮਲ ਦਖਲ ਹੈ ਕਿ ਮੈਂ ਡਟ ਗਈ ਸਾਂ ਤੇ ਮੈਂ ਸਮਝਨੀ ਆ ਕਿ ਫੈਸਲਾ ਮੇਰੇ ਅੱਲਾ ਵੱਲੋਂ ਆਇਆ ਸੀ ਮੇਰੇ ਜ਼ੁਲਮ ਦੇ ਖਿਲਾਫ ਅੱਲਾ ਦੀ ਜ਼ਾਤ ਜ਼ਾਲਮਾਂ ਨਾਲ ਨਹੀਂ ਅਵਾਮ ਵੀ ਜ਼ਾਲਮਾਂ ਨਾਲ ਹੀ ਮਜ਼ਲੂਮ ਨਾ ਖੜੋ ਮੇਰੇ ਨਾਲ ਬਹੁਤ ਜ਼ਿਆਦਤੀਆਂ ਹੋਈਆਂ ਸਨ ਤੇ ਮੈਂ ਮੁਖਤਸਰ ਦੱਸਣਾ ਚਾਹੁੰਦੀ ਹਾਂ ਕਿ ਜਿਸ ਕਰਬ ਤੋਂ ਮਾਂ ਗੁਜ਼ਰੀ ਘਰ ਟूट गए बच्चे भाग गए मैं अकेली रह गई
सबको मैंने भेज दिया बच्चियाँ जवान आपके लिए। तो जिस कर्ब से मैं गुजरी वो मेरा खुदा जानता था। जिस रास्ते पर मैं चली अवाम अल्लाह ताला ने लाखों बेटे मेरे उस्मान डार उमर डार मेरी बेटियाँ मेरी बहू मेरे भाई अकेली मैं घर से निकली थी। जो मैं जानती क्या मुझे मेरे बच्चे याद नहीं आ रहे थे कि आज मैं अकेली घर से निकली। ना उमर डार ना उस्मान डार ना अमर डार मगर इस अवाम ने मैं कभी जिंदगी भर नहीं भूलूंगी आपने मुझे बताया माँ तुम अकेली नहीं। लाखों बेटे मेरे उमर डार लाखों बेटे मेरे उस्मान डार मेरे साथ खड़े थे। जीत इनकी है इनकी जीत है इनका वोट है। और जिनके वोटों पर डाका डाला गया वो रात को सब मेरे पास आए रो रहे थे। मेरी आंखों में आंसू निकल आए। मैं क्या आप मुझे इतना प्यार करते हैं? आपने मुझे इतना प्यार दिया कि मैं अपने बेटों को भूल गई। मैं इतना आला दिलिया और इलेक्शन कमीशन और जो भी है मेरा पैगाम है उन सब के लिए कि एक बेवा माँ ने कुरान उठाकर अपने रिजल्ट पर हाथ रख के कहा कि मैं जीत चुकी हूँ और मेरी जीत को शिकस्त में न बदले। खुदाया इस कुरान और अल्लाह की कुतुब आसमानी किताब का खुश ख्याल रखना तो फैसला दे बस मेरे लिए तो बिस्मिल्लाहिर्रहमानिर्रहीम। मैं अपने हल्के PP 46 की तमाम आवाम का शुक्रिया अदा करती हूँ जिन्होंने मुझे अपनी इतनी इज्जत और अपना वोट दिया। और मेरे पास मेरे टोटल उनका शुक्रिया अदा करती हूँ कि उन्होंने मुझे तकरीबन 55,000 वोट दिए। मेरे टोटल पोलिंग स्टेशन थे 196 जिनमें मेरे पास 170 का रिज़ल्ट है। उनमें जो मेरे वोट बन रहे हैं वो 55,000 के करीब है और फैसल करान के जो है वो 37,116 है। मेरी लीड 17,384 की है। और मैं भी अपनी आवाम से ये वादा करती हूँ मैं भी अपने हक के लिए और इंसाफ के लिए आज हद तक जाऊँगी। वोटों पर डाका नहीं डालने देंगे। शुक्रिया। बिस्मिल्लाहिर्रहमानिर्रहीम। सबसे पहले जी शुक्रगुजार हूँ मैं अपने तमाम मीडिया रिपोर्टर्स का और दोस्तों का कि आप जब भी आपको बुलाया आप लोग आए हैं और आपने हमेशा कोशिश ये की है कि हक और सच की आवाज़ पाकिस्तानियों तक पहुँचे। तो इस सब पे मैं सबसे पहले तो आप सबका शुक्रिया अदा करता हूँ। मैंने जो लास्ट टाइम बात की कचहरी चौक में मैं आज भी उस पर खड़ा हूँ। मैंने ये कहा था कि मैंने सियासत ज़रूर छोड़ी है लेकिन मैंने अपनी माँ का साथ नहीं छोड़ा और मैं अपनी माँ के साथ खड़ा हूँ। अब ये जो सब कुछ हुआ है 8 फरवरी को सियालकोट के लोगों ने रेहाना डार को रूबा डार को मेयर काशिफ को जो वोट दिए और 9 फरवरी को सियालकोट के अजीम तकरीबन 1.5 लाख लोग कह लें जो बाहर निकले जिन्होंने रेहाना डार को और इनको वोट किया उस पर डाका डाला गया। तो सबसे पहले तो मैं ये कहना चाहता हूँ कि मैंने फैसला किया है कि इस जुल्म नाइंसाफ़ी और जो सियालकोट के लोगों के हक पे एक बार फिर डाका डाला गया है इंशाअल्लाह ताला जो कानूनी जंग मेरी वालदा लड़ने जा रही है और सियालकोट के लोगों के लिए मैंने ये फैसला किया कि इस कानूनी जंग में मैं अपनी वालदा का और सियालकोट के लोगों का वकील बन के दिखाऊँगा और इनकी मुकम्मल आवाज़ उठाऊँगा जब तक सियालकोट के लोगों को इंसाफ नहीं मिलेगा। रेहाना डार की लीगल टीम इलेक्शन कमीशन ऑफ पाकिस्तान में तकरीबन कह लें पिटीशन डाल चुकी होगी कि ख्वाजा आसिफ का रिजल्ट रोका जाए। इसी तरह लाहौर हाई कोर्ट में भी पिटीशन डाली जा चुकी है ताकि दूध का दूध पानी का पानी पहले होना चाहिए कि ये 24 घंटे जो RO इकबाल ने लगाए बेसिकली इस हलके के NA 71 के 358 पोलिंग स्टेशन हैं। वोट गिनती नहीं होने थे, सिर्फ 358
فارم 45 گنتی کیے جانے تھے اور ان کو کمپائل کرنا تھا جی اس کا یہ رزلٹ ہے اور اس کا یہ رزلٹ ہے، اور اس کام کے لیے 24 گھنٹے لگائے گئے. اور وہ آپ میں سے بہت دوست وہاں جا بھی رہے تھے، RO آفس کے باہر جی بتائیں کیا رزلٹ ہے کیا رزلٹ ہے، اور آپ میں سے بہت سے دوستوں کو میں نے دعوت بھی دی تھی، اور آپ لوگ تقریباً رات 2 بجے ہمارے گھر بھی آئے. بہت سارے دوستوں کو جو فارم 45 ریحانہ ڈار کے پولنگ ایجنٹس لے کے آئے آپ لوگوں کے ساتھ شیئر بھی کیے گئے. اور میرا نہیں خیال یہ اتنا ٹائم لگنا چاہیے تھا. تو ہم یہ چاہتے ہیں کہ یہ سارا کچھ سیالکوٹ کے لوگوں کے سامنے آنا چاہیے، پاکستانیوں کے سامنے آنا چاہیے کہ 5 بجے 8 فیبروری کو جو پولنگ ختم ہوئی اور ریحانہ ڈار کا رزلٹ RO کا جو جاری کیا گیا تقریباً 4:30 بجے دوپہر کو، وہ بھی بغیر سائن کے. مجھے نہیں پتا اگر آپ میں سے کسی کے پاس کوئی سائن کاپی آئی ہے، میں نے جو سوشل میڈیا پہ دیکھا اور میرے تک پہنچی ہے اس پہ کوئی دستک نہیں ہے RO کے. تو 24 گھنٹے تقریباً لگ گئے N71 میں سیالکوٹ کے لوگوں کے ووٹ پہ ڈاکہ ڈالنے کے لیے. تو یہ جو جدوجہد ہوگی یہ صرف یہی ہے. بہت سارے دوست جانتے ہیں، میں نے انہیں کہا ہے کہ میں کوئی MNA یا میری والدہ MPA بننے کے لیے کبھی ہم نے سوچ ہی نہیں رکھی تھی، نہ سوچ ہے. میں زندگی میں کبھی کونسلر بھی نہیں بنا، لیکن الحمدللہ پورے پاکستان میں کہیں بھی جاؤں لوگ جانتے ہیں مجھے عثمان ڈار ہوں، اور آپ لوگ بھی میری والدہ کو میرے نام سے رپورٹ کرتے رہے. تو اللہ تعالیٰ نے، پاکستانیوں نے، سیالکوٹ کے لوگوں نے اتنی عزت دی ہے، اتنا پیار دیا ہے کہ میرے اندر یا میری فیملی کے اندر وہ خواہش نہیں ہے کہ ہم MNA بنیں گے یا MPA بنیں گے. ایک کاز، ایک سٹینڈ لیتا ہے بندہ، ایک ملک کی خدمت کا. سیالکوٹ میں محنت کرنی ہے، سیالکوٹ بھی اچھا شہر بن جائے. تو یہ اپنی اپنی سوچ ہے. اور ایک طرف خواجہ صاحب ہیں جو بالکل انہیں پرواہ نہیں ہے کہ میں ڈاکہ مارنے لگا ہوں تو میں شکست تسلیم کر لوں. تو ہے انشاءاللہ تعالیٰ پہلا تو میں یہ اعلان کرنا چاہتا ہوں کہ میں اپنی آخری سانس تک سیالکوٹ کے لوگوں کے حق کے اوپر جو ڈاکہ ڈالا گیا ہے، ہر عدالت، الیکشن کمیشن آف پاکستان، سپریم کورٹ آف پاکستان، اپنی ماں کے ساتھ جاؤں گا. یہ میرا اعلان ہے. اور اگر اس سٹرگل میں، اس جدوجہد میں یہ میرا کلپ آپ لوگوں نے ریکارڈ پہ رکھنا ہے، میری جان بھی چلی جائے نا انصاف دلانے کے لیے، تو میں پیچھے نہیں ہٹوں گا انشاءاللہ تعالیٰ. یہ میرا وعدہ ہے. ایک تو سیالکوٹ کے لوگوں تیار ہو جاؤ، انشاءاللہ تعالیٰ پوری قوم، دنیا بھر میں جو پاکستانی ہیں وہ سیالکوٹ کے لوگوں کی طرف دیکھ رہے ہیں. جو ڈاکہ ڈالا گیا ہے سیالکوٹ کے، باقی حلقوں کے بھی ریزلٹس آپ کے سامنے ہیں. چونکہ میرا تعلق سیالکوٹ سے ہے، سیالکوٹ کا میں سپوت ہوں، سیالکوٹ کا میں بیٹا ہوں، اس لیے سیالکوٹ شہر کی میں ترجمانی کرنا چاہتا ہوں. یہ جو ڈاکہ ڈالا گیا ہے تو اس کے لیے ایک تو میں اعلان کرنا چاہ رہا تھا. دوسرا، میں میڈیا کی وساطت سے سب سے پہلے چیف الیکشن کمشنر سکندر سلطان راجہ صاحب سے مخاطب ہوں. آپ سب کو یاد ہوگا 2021 میں ایک ڈسکا الیکشن بھی ہوا تھا، اور تب بھی قابل احترام چیف الیکشن کمشنر سکندر سلطان راجہ صاحب ہی تھے جنہوں نے رات کے 3 بجے IG پنجاب کو اور چیف سیکرٹری پنجاب کو باقاعدہ پریس ریلیز کی تھی کہ جی ڈسکا الیکشن میں لوٹ مار ہو رہی ہے، ڈسکا الیکشن میں ڈاکہ ڈالا جا رہا ہے. تو اس لیے انہوں نے فوراً اس وقت ڈسکے کے الیکشن کے اوپر سٹے دیا، اس کے نتائج روکے گئے. بعد ازاں ڈسکا الیکشن سیٹ اسائیڈ کیا گیا، پھر جا کر سپریم کورٹ میں فیصلہ ہوا اور دوبارہ الیکشن ری پول ہوا. تو پہلے تو میں ڈسکا الیکشن کے حوالے سے بات کرنا چاہوں گا کہ اس میں میرا بھی ذکر کیا گیا کہ شاید ڈسکا کے اندر جو کچھ ہوا
اس میں شاید کوئی عثمان ڈار کا بھی جو بھی پریزائڈنگ آفیسر اور دھند کی بات کی جاتی تھی، تو میں میڈیا کی وساطت سے یہ اعلان کر رہا ہوں، اگر پریزائڈنگ آفیسرز کو اٹھانے میں، ڈسکا الیکشن کو چرانے میں عثمان ڈار شامل تھا تو سب سے پہلے میرا احتساب کریں، سب سے پہلے مجھ سے شروع کریں۔ میں ویسے اپنا بیان ریکارڈ کروایا ہوں الیکشن کمیشن جا کے تقریباً 1.5-2 سال پہلے۔ تو سکندر سلطان راجہ صاحب، اب یہ آپ کا امتحان ہے۔ کل میری ماں آ رہی ہے آپ کی عدالت میں، اور اسی ضلع کی تحصیل ڈسکا میں آپ ایک فیصلہ سنا چکے ہیں نوشین افتخار کے حق میں، اور اسی ضلع کی ایک بیوہ ماں، ایک خاتون آپ کے پاس آ رہی ہے، اور میں امید کرتا ہوں کہ چیف الیکشن کمشنر آف پاکستان سکندر سلطان راجہ صاحب ریحانہ ڈار کے ساتھ بھی انصاف کریں گے جو ڈاکا سیالکوٹ میں ڈالا گیا ہے 9 فروری کو NA 71 میں۔ دوسرا، میں مخاطب ہوں چیف جسٹس آف پاکستان قاضی فائز عیسیٰ صاحب سے۔ قاضی فائز عیسیٰ صاحب، آپ میرے لیے اور پوری قوم کے لیے قابل احترام ہیں۔ پوری قوم آپ کی طرف دیکھ رہی ہے چیف جسٹس صاحب، پورا ملک آپ کی طرف دیکھ رہا ہے۔ پہلے تو ہم سب آپ کے شکر گزار ہیں کہ آپ نے کہا کہ پتھر پہ لکیر ہے کہ 8 فروری کو انتخابات ہو کے رہیں گے۔ ہم آپ کے شکر گزار ہیں چیف جسٹس صاحب کہ پاکستان میں انتخابات ہوئے، لیکن ہر پاکستانی کا یہ مطالبہ تھا کہ وہ انتخابات صاف اور شفاف ہونے چاہیے۔ تو میرا ایک ہی مطالبہ ہے کہ سیالکوٹ کا حلقہ چھوڑے پورے پاکستان کو فی الحال، کیونکہ ہمیں تو سیالکوٹ کا پتہ ہے جہاں ہم الیکشن لڑ رہے تھے، باقی حلقوں میں بھی داندلی ہوئی ہے، شور شرابہ ہو رہا ہے پورے ملک میں۔ تو میں امید کرتا ہوں کہ باقی حلقوں کے لوگ بھی اپنے اپنے حلقوں میں ہونے والی داندلی کی نمائندگی کریں گے، ترجمانی کریں گے ان ووٹرز کی۔ چونکہ میرا تعلق NA 71 سے ہے، میں یہاں کا ووٹر ہوں، یہاں کا سپوت ہوں، تو میں اس لیے اس کی بات کر رہا ہوں، اس کی آواز اٹھا رہا ہوں۔ تو ہمارا یہ مطالبہ ہے چیف جسٹس آف پاکستان سے بھی، قاضی فائز عیسیٰ صاحب سے بھی، کہ آپ سیالکوٹ میں ہونے والی یہ ڈکیٹی جو ڈاکہ ڈالا گیا ہے چیف جسٹس صاحب سیالکوٹ NA 71 میں، اس کا آڈٹ کروائیں، اور ایک ایک وہ کردار چیف جسٹس صاحب سیالکوٹ کے لاکھوں لوگ آپ سے مطالبہ کر رہے ہیں کہ ملک کے سامنے لے کے آئیں، کہ وہ کون لوگ ہیں، وہ کون سے کردار ہیں جنہوں نے خواجہ آصف کے ساتھ مل کر 1.5 لاکھ لوگ تقریباً جو باہر نکلے اور ڈاکہ ڈالا گیا۔ یہ سیالکوٹ کے لوگ آپ سے قاضی فائز عیسیٰ صاحب مطالبہ کرتے ہیں کہ سوو موٹو لیں، 184 کے تحت آپ سوو موٹو لیں۔ ہم خوش ہیں چیف جسٹس صاحب، ہم خوش ہیں قاضی فائز عیسیٰ صاحب کہ آپ نے فیض آباد دھرنے کے اوپر بھی کیس چلایا ہے۔ پوری قوم چاہتی ہے کہ فیض آباد دھرنا بھی سامنے آنا چاہیے، لیکن قاضی فائز عیسیٰ صاحب یہاں جو ڈاکہ ڈلا ہے لاکھوں کروڑوں لوگوں کے ووٹ کے حق کے، اس کے اوپر بھی سو موٹو لیں آپ۔ وہ بھی قوم مطالبہ کرتی ہے، آپ کی طرف دیکھ رہی ہے، وہ بھی حقائق سامنے لے کے آئیں۔ خالی فیض آباد دھرنے کی بات نہیں ہوگی ملک میں، ہر اس ووٹر، اس حلقے کی بات ہوگی جس پہ ڈاکہ ڈالا گیا ہے، تاکہ قوم کے سامنے صاف اور شفاف انتخابات ہوئے ہیں کہ نہیں ہوئے یہ سچ سامنے آنا چاہیے۔ تیسرا، اب میں سیالکوٹ پہ آنا چاہتا ہوں۔ میری والدہ 4 کرداروں پہ بات کر چکی ہے پہلے ہی کہ اس الیکشن میں پری پول ریگنگ ہو رہی تھی، آپ سب جانتے ہیں، جس کا سب سے بڑا بینیفیشری خواجہ آصف ہے، کیونکہ کسی اور نے تو MNA بننا نہیں تھا، اس لیے اس پری پول ریگنگ کا جو ماسٹر مائنڈ تھا وہ خود خواجہ آصف بنا ہوا تھا، اور اس پری پول ریگنگ کا مرکزی کردار DPO سیالکوٹ حسن اقبال ہے۔ میں DPO صاحب سیالکوٹ کے میڈیا کے سامنے آپ کو دعوت دیتا ہوں
آپ بے شک میرے ساتھ لائیو پریس کانفرنس میں بیٹھ جائیں. عثمان ڈار ثبوتوں کے ساتھ بات کرے گا کہ ڈی پی او حسن اقبال نے کس طرح سے پری پول ریگنگ کروائی سیالکوٹ میں, کس طرح سے ریحانہ ڈار کے ورکرز اور جو ساتھی الیکشن لڑے تھے ان کے گھروں میں چھاپے مارے, گھر توڑوائے, بعد ازاں وہ ورکر پکڑے گئے. ان ورکرز کو ایک محسوس تھانے میں لے جایا گیا سیالکوٹ میں. جو بھی سیالکوٹ میں پکڑا جاتا تھا ایک ہی تھانے میں جا رہا تھا, اور کنڈیشن ایک ہی تھی چھوڑنے کی کہ خواجہ آصف دا ٹیلی فون کرواؤ. خواجہ آصف ٹیلی فون کرے گا یا نون لیگ کا کوئی اس یونین کونسل کا چودھری ٹیلی فون کرے گا اور ہم آپ کو چھوڑ دیں گے. اس طرح سے لوگوں کو اٹھا کر ان سے وفاداریاں تبدیل کروائی گئیں. یہ تھی اس ڈی پی او حسن اقبال کی سب سے پہلی, میں کہوں گا, جو اس شخص نے پری پول ریگنگ میں کردار ادا کیا. اگر میں